ਮਮਤਾ ਜੀ ਬਹੁਤ ਹੋ ਗਏ ਪਿੰਡ ਦੇ। ਰਸਤੇ 'ਚ ਤੁਹਾਡਾ ਫਾਟਕ ਆਉਂਦੇ ਆ ਨਾ, ਸਭ ਤੋਂ ਵੱਡੀ ਇੱਕ ਬਹੁਤ ਵੱਡੀ ਹਿੱਚ ਆ। ਅਸੀਂ ਚਾਹੁੰਦੇ ਆ ਵੀ ਹੁਣ ਇੱਥੇ ਫਲਾਈਓਵਰ ਵਾਜਾ ਧਰਮਸ਼ਾਲਾ ਤੋਂ ਐਸੀ ਧਰਮਸ਼ਾਲਾ, ਜਰਨਲ ਧਰਮਸ਼ਾਲਾ ਬਾਕੀ ਸਾਰੇ ਪਿੰਡ ਦੇ ਆਲੇ ਦੁਆਲੇ ਸੜਕ ਦੇ ਆਲੇ ਦੁਆਲੇ ਇੰਟਰਲੋਕ। ਨਹੀਂ ਜੀ, ਇਹ ਤਾਂ ਇੱਕ ਪੋਲੀਟੀਕਲ ਡਿਵੈਲਪਮੈਂਟ ਹੁੰਦੀ ਹੈ। ਜੇ ਆਪਾਂ ਖਾਸ ਇੱਕ ਵਾਰ ਨੂੰ ਆਪਾਂ ਕਰ ਲਿਆ, ਵੋਟ ਬੈਂਕ ਕਰ ਲਿਆ, ਡਿਵੈਲਪਮੈਂਟ ਤਾਂ ਇਹ ਹੁੰਦੀ ਹੈ ਜੀ ਵੀ ਤੁਸੀਂ ओवरऑल सारे लिए की हो रहा है। खरा और खोटा प्रोग्राम में आपका स्वागत है। आज हम एक बार फिर किसी और गांव में पहुंचे हैं। नाम है नौधरानी। नौधरानी में हम आज फिर देखेंगे कि जो यहाँ का सरपंच है वो किस तरह से काम कर रहा है, अच्छे कर रहा है या बुरे कर रहा है। नौधरानी गांव संगरूर जिले में पड़ता है और मलेरकोटला से तकरीबन 3 से 4 किलोमीटर की दूरी पर है। यहाँ पर तकरीबन 2000 लोग रहते हैं, जिसमें 400 मुस्लिम, 400 एससी भाईचारा और तकरीबन 500 सिख भाईचारे का वोट है। यहाँ पर देखने को गांव अच्छा दिखता है, सड़कें अच्छी हैं, नालियां अच्छी हैं और सरपंच काम भी अच्छा कर रहा है। लोग युवा सरपंच हरप्रीत सिंह से काफी संतुष्ट और हरप्रीत भी अपने काम को अच्छे से और मन से करने की कोशिश कर रहा है। इस समय पर गांव के गेट, धर्मशाला, मुस्लिम धर्मशाला और ऐसी धर्मशाला पर काम हो रहा है और जल्द ही सीवरेज तालाब की उसारी और खेल ग्राउंड बनाने की भी तैयारी चल रही है। की करा चुके हो आज तक? ਮਮਤਾ ਜੀ ਬਹੁਤ ਹੋ ਗਏ ਪਿੰਡ ਦੇ। ਮੰਨ ਲਓ ਦਰਵਾਜ਼ਾ ਧਰਮਸ਼ਾਲਾ ਤੋਂ ਐਸੀ ਧਰਮਸ਼ਾਲਾ, ਜਰਨਲ ਧਰਮਸ਼ਾਲਾ ਬਾਕੀ ਸਾਰੇ ਪਿੰਡ ਦੇ ਆਲੇ ਦੁਆਲੇ ਸੜਕ ਦੇ ਆਲੇ ਦੁਆਲੇ ਇੰਟਰਲੋਕ ਤੇ ਬਾਕੀ ਹੁਣ ਫਿਲਹਾਲ ਮੁਸਲਿਮ ਧਰਮਸ਼ਾਲਾ ਦਾ ਕੰਮ ਚੱਲ ਰਿਹਾ। किन्ना कुछ पैसा हुण तक आइडिया है कुछ? किन्ना कुछ पैसा ਨਹੀਂ ਆਈਡੀਆ ਹਲੇ ਕੋਈ ਨਹੀਂ, ਹਲੇ ਅਸੀਂ ਕਰਨਾ ਨੇ ਮਤਲਬ ਕੰਮ ਰੈਗੂਲਰ ਇਕੱਠੇ ਹੀ ਚਲਾਏ ਨੇ। अच्छा, ਕੋਈ ਇਦਾਂ ਨਹੀਂ ਹੈਗਾ ਵੀ ਅਸੀਂ ਮਤਲਬ ਟੁੱਟਮਾ ਚਲਾ ਲਿਆ। कुछ हुंदा ना कि भी इन्ना पैसा आया पिंड नूं, ऐसा कुछ ਮੇਰੇ ਹਿਸਾਬ ਦੇ ਵਿੱਚ ਤਾਂ ਮਤਲਬ लगभग ਲਗਭਗ ਮੇਰਾ ਹਾਲ 20 ਤੋਂ ਲੈ ਕੇ 25 ਦੇ ਵਿੱਚ ਆਇਆ ਹੋਣਾ। ਕਿ ਜਿੰਨਾ ਕੁ ਹੈਗਾ ਉਹਨਾਂ ਦਾ ਕੰਮ ਕਰਾਈ ਜਾਂਦੇ ਨਾਲ ਹੁੰਦੇ। ਉਰੇ ਸੀਵਰੇਜ ਦੇ ਕੀ ਹਾਲਾਤ ਹੈ? ਸੀਵਰੇਜ ਸਾਡੇ ਇੱਕ ਸਕੂਲ ਦੀ ਸਾਈਡ ਤੇ ਪਿਆ ਹੋਇਆ, ਹੋਰ ਕਿਤੇ ਸੀਵਰੇਜ ਨਹੀਂ ਪਿਆ ਹੋਇਆ। ਅੱਛਾ ਜੀ। ਉਹ ਵੀ ਪਹਿਲਾਂ ਪੁਰਾਣਾ ਦਾ, ਉਹਨਾਂ ਨੇ ਨਵਾਂ ਪਵਾਵਾਂਗੇ। ਬਾਕੀ ਟੋਬੇ ਦਾ ਅਸੀਂ ਕੰਮ ਤੋੜ ਰਹੇ ਹਾਂ ਥੋੜੇ ਬਹੁਤੇ ਚਿਰ ਤੋਂ, ਟ੍ਰੀਟਮੈਂਟ ਪਲਾਂਟ ਦਾ ਚਲਾਉਣਾ। ਮੈਡਮ ਨਾਲ ਕੱਲ੍ਹ ਹੀ ਗੱਲ ਹੋਈ ਆ, ਉਹ ਕਹਿੰਦੇ ਵੀ ਮਤਲਬ ਚਲਾ ਦਾਂਗੇ ਹੁਣ ਮਹੀਨੇ। ਕੁਝ ਹੋਰ ਚੀਜ਼ਾਂ ਦੀ ਉਰੇ ਲੋੜ ਹੈ ਕਿ ਆਉਣ ਵਾਲੇ ਸਮੇਂ ਜਿੱਥੇ ਤੁਸੀਂ ਕੰਮ ਕਰ ਰਹੇ ਹੋ ਬੰਦ ਕਰਦੇ ਹੋ? ਆਉਣ ਵਾਲੇ ਟਾਈਮ ਦੇ ਵਿੱਚ ਤਾਂ ਮਤਲਬ ਦੇਖੋ ਸਾਨੂੰ ਤਾਂ ਕੋਈ ਜਿੱਦਾਂ ਇੱਦਾਂ ਸਾਡੀਆਂ ਜ਼ਰੂਰਤਾਂ ਨੇ ਰੈਗੂਲਰ ਪੂਰੀਆਂ ਹੋ ਜਾਂਦੀਆਂ ਨੇ, ਸਾਨੂੰ ਕੋਈ ਪ੍ਰੋਬਲਮ ਨਹੀਂ ਆ। ਕੋਈ ਪਲਾਨਿੰਗ ਹੈ ਤੁਹਾਡੀ ਕਿ ਤੁਸੀਂ ਹੁਣ ਆਹ ਕੰਮ ਕਰਾਉਣਾ, ਤੁਸੀਂ ਆਹ ਕੰਮ ਕਰਾਉਣਾ? ਪਲਾਨਿੰਗ ਤਾਂ ਹੈ ਜੀ, ਹੁਣ ਟਿੱਬਲਾ ਟੋਬਾ ਹੋ ਗਿਆ। ਹਾਂਜੀ। ਟੋਬੇ ਤੋਂ ਬਾਅਦ ਅਸੀਂ ਗਰਾਊਂਡ ਬਣਾਉਣਾ। ਸਾਡੇ ਉੱਧਰ ਕਮਿਊਨਿਟੀ ਸੈਂਟਰ ਪਿਆ, ਅਸੀਂ ਉਹ ਬਣਾਉਣਾ। ਲਾਈਟਾਂ ਦੀ ਕੀ ਪੋਜੀਸ਼ਨ ਹੈ ਉਹਦੀ? ਸੀਟਾਂ ਲੱਗੀ ਹੋਈ ਜੀ। ਤੇ ਆਪਾਂ ਜੇ ਗੱਲ ਕਰੀਏ ਡਾਕਟਰੀ ਦਾ, ਮੈਡੀਕਲ ਸੁਵਿਧਾ ਉਰੇ ਕਿੱਦਾਂ ਦੀ ਹੈ ਪਿੰਡ ਦੇ ਵਿੱਚ? ਮੈਡੀਕਲ ਸੁਵਿਧਾ ਸਾਡੇ ਇੱਥੇ ਸੱਦੋਪੁਰ ਹੈਗੀ ਜੀ, ਡਿਸਪੈਂਸਰੀ 4 ਪਿੰਡਾਂ ਦੀ। ਅੱਛਾ। ਬਾਕੀ ਆਉਣ ਵਾਲੇ ਟਾਈਮ 'ਚ ਅਸੀਂ ਕੋਸ਼ਿਸ਼ ਸਾਡੀ ਜਾਰੀ ਹੈ ਵੀ ਜੇ ਉਰੇ ਆ ਜਾਵੇ ਕੀ ਆ ਜਾਵੇ ਉਰੇ? ਆਪਣੇ ਕੋਈ ਵੀ ਮਤਲਬ ਜਿਹੜੀ ਸਰਕਾਰ ਵੱਲੋਂ ਸਹੂਲਤਾਂ ਜਾਂ ਦਵਾਈਆਂ ਨੂੰ ਸਟੋਰ ਵਗੈਰਾ ਜਾਂ ਕੁਝ ਵੀ हैगी साडे कोल बिल्डिंग पीछे, ਇਹਦੇ ਵਿੱਚ ਅਸੀਂ ਬਣਵਾ ਦਾਂਗੇ। नौधरानी गांव की शिक्षा और स्वास्थ्य की बात करें तो हालात बदतर ही हैं। स्कूल 5वीं तक है, सेहत सुविधा के लिए सद्दोपुर जाना पड़ता है या मलेरकोटला जाना पड़ता है। लोगों को शिक्षा और सेहत को लेकर काफी परेशानी उठानी पड़ती है और इस बात का एतराफ सरपंच खुद भी करता है। ਤੇ ਸਿੱਖਿਆ ਦੀ ਉਰੇ ਕੀ ਸਥਿਤੀ ਹੈ? ਜਿਹੜਾ ਸਕੂਲ ਹੈ ਕਿੰਨੇ ਕਿਹੜੀ ਕਲਾਸ ਤੱਕ ਹੈ? ਪ੍ਰਾਇਮਰੀ ਸਕੂਲ ਹੈ ਜੀ। ਤੇ ਕਦੇ ਕੋਸ਼ਿਸ਼ ਕੀਤੀ ਹੈ ਕਿ ਇਹ ਤੇ ਤੁਸੀਂ ਨਹੀਂ ਅੱਗੇ? ਦੇਖੋ ਮੈਨੂੰ ਤਾਂ ਹਲੇ 3 ਸਾਲ ਹੋਏ ਨੇ, ਪਹਿਲਾਂ ਆ ਕੇ ਚਲੇ ਗਏ। ਚਲੋ ਕਿਸੇ ਨੇ ਕੀਤੀ ਜਾਣੀ, ਮੇਰੀ ਕੋशिश ਆ कि आने वाले टाइम ਦੇ ਵਿੱਚ ਸਕੂਲ ਦਾ ਵੀ ਲਿਆ ਜਾਵੇ। पर जब गांव में हम घूमे तो ज्यादातर लोगों ने सरपंच के हक में बात की और उसके कार्यों की सराहना भी की। ਮੇਰਾ ਨਾਮ ਕੇਸਰ ਸਿੰਘ ਹੈ। ਕੇਸਰ ਸਿੰਘ ਜੀ, ਕੀ ਮੰਨਦੇ ਹੋ ਕਿੰਨੀ ਕੁ ਡਿਵੈਲਪਮੈਂਟ ਇਸ ਪਿੰਡ ਦੀ ਹੋ ਗਈ ਹੈ ਔਰ ਕਿੰਨੀ ਕੁ ਲੋੜ ਹੈ ਜੀ? ਡਿਵੈਲਪਮੈਂਟ ਤਾਂ ਬਹੁਤ ਵਧੀਆ ਹੋ ਗਈ ਜੀ। ਦੇਖੋ ਆ ਸਾਡੇ ਦਰਵਾਜ਼ਾ ਹੀ ਪਹਿਲਾਂ ਤਾਂ ਬੜਾ ਖੰਡਰ ਬਣਿਆ ਪਿਆ ਸੀ। ਇਹ ਪਹਿਲਾਂ ਕਦੇ ਮਤਲਬ 25-30 ਸਾਲ ਦੀ ਇਹਦੀ ਹਾਲਤ ਖਸਤਾ ਸੀ। ਤੇ ਇਹ ਵੀ ਸਾਡੇ ਨਾਲ ਇੱਕ ਧਰਮਸ਼ਾਲਾ ਹੈ, ਉਹ ਤਾਂ ਬਿਲਕੁਲ ਹੀ ਖੰਡਰ ਬਣੀ ਪਈ ਸੀ, ਉਹ ਵੀ ਇੱਦਾਂ ਹੀ 25-30 ਸਾਲ ਤੋਂ। ਇਹਦੇ ਵੱਲ ਜਿਹੜਾ ਸਾਡਾ ਜਮਾਂ ਨਜ਼ਰ ਗਈ ਆ ਸਰਪੰਚ ਸਾਹਿਬ ਦੀ, ਤੇ
ਸਾਨੂੰ ਤਾਂ ਬਹੁਤ ਚੰਗਾ ਲੱਗਿਆ। ਸਾਨੂੰ ਤਾਂ ਕੀ ਸਾਰੇ ਬੱਚੇ ਨੂੰ ਚੰਗਾ ਲੱਗਦਾ ਵੀ ਬੱਚੇ ਖੁਸ਼ ਹੋਏ ਪਏ ਨੇ ਦੇਖ ਕੇ ਖੇਡਦੇ ਨੇ, ਮਤਲਬ ਬਹੁਤ ਵਧੀਆ ਲੱਗਦਾ ਸਾਨੂੰ ਤਾਂ ਇਹ। ਹਾਲਾਤ ਕੀ ਹੈ ਸੀਵਰੇਜ ਸਿਸਟਮ ਦੇ, ਕੀ ਹਾਲਾਤ ਹੈ? ਸੀਵਰੇਜ ਦੇ ਥੋੜਾ ਜੀ ਟੋਭੇ ਦੀ ਸਮੱਸਿਆ ਜੀ, ਅੱਛਾ, ਉਹਦਾ ਜੇ ਪਾਣੀ ਬਾਹਰ ਨਿਕਲ ਜਾਵੇ। ਤੇ ਕੀ ਸਰਪੰਚ ਨੇ ਕੁਝ ਕਿਹਾ ਉਹਦੇ ਬਾਰੇ? ਹਾਂ ਜੀ, ਗੱਲਬਾਤ ਚੱਲਦੀ ਹੈ ਜੀ। ਅਸੀਂ ਜ਼ੋਰ ਲਾਉਂਦੇ ਆਂਗੇ ਵੀ ਵੱਧ ਤੋਂ ਵੱਧ ਵੀ ਛੇਤੀ ਹੋ ਸਕੇ। ਅੱਛਾ, ਸਰਪੰਚ ਇਸ ਗੱਲ ਨੂੰ ਤਿਆਰ ਹੈ ਕਿ ਹਾਂ ਜੀ, ਹਾਂ। ਇਹ ਸਾਡੀ ਧਰਮਸ਼ਾਲਾ ਸਾਰੇ ਆਪਣੇ ਐਸੀ ਬਰਾਦਰੀ ਦੀ ਧਰਮਸ਼ਾਲਾ ਜੀ। ਕੀ ਹੁੰਦਾ ਉਰੇ? ਇੱਥੇ ਆਪਣੇ ਵਿਆਹ ਸ਼ਾਦੀ ਨੂੰ ਬਰਾਤਾਂ ਵਗੈਰਾ ਸਾਰਾ ਕੁਝ ਸਾਂਝੇ ਕੰਮ ਨੇ ਜਿਹੜੇ ਉਹ ਇੱਥੇ ਹੁੰਦੇ ਨੇ। ਪੈਸੇ ਲੈਂਦੇ ਆ, ਫ੍ਰੀ ਆਫ ਕਾਸਟ ਹੁੰਦਾ? ਨਾ ਫ੍ਰੀ ਹੈ ਜੀ। ਕੋਈ ਹੋਰ ਐਸੀ ਗੱਲ ਜਿਹੜੀ ਤੁਸੀਂ ਚਾਹੁੰਦੇ ਹੋ ਮੁੱਖ ਸਰਪੰਚ ਤੋਂ ਕਿ ਉਹ ਅੱਗੇ ਨੂੰ ਹੋਰ ਵੀ ਕਰੇ? ਹਾਂਜੀ, करे तो करी जाता जी, बस माड़ा मोटा है, कोई हो नहीं करता बेचारा, बढ़िया करी जाता। दूसरी तरफ जब हम लोगों ने नौधरानी सरपंच के खिलाफ या जो विरोधी लोग हैं या विरोधी पार्टी के लोग हैं उनसे बात करने की कोशिश की, तो उन्होंने पहले तो हमें बुलाया और बात करने के लिए बात भी की, लेकिन बाद में उन्होंने कह दिया कि वो हमसे बात नहीं करना चाहते क्योंकि जो सरपंच उनके विरोध में खड़ा था वो बोलना नहीं चाहता। हमने उस अकाली दल के नेता से भी बात की कि भी आप कुछ इस गांव के बारे में बताइए, तो उन्होंने भी इस बारे में बात करने से मना कर दिया। अब इन शॉर्ट ये है कि यहाँ पर जो लोग हैं वो ज़्यादातर लोग जो हैं सरपंच को बेहतर बता रहे हैं। दूसरी तरफ कुछ लोग ऐसे भी हैं जो इस डेवलपमेंट को सही नहीं मानते। उनका मानना ये है कि दीवारें बनाना या दरवाजे बनाना या गलियां बनाना या धर्मशालाएं बनाना ये डेवलपमेंट तो है, लेकिन असली डेवलपमेंट तो ये है कि हम सेहत सुविधाएं, शिक्षा सुविधाएं को आगे बढ़ाएं और जो सही मायने में सुविधाएं उनको आगे लेके। ਇਕੱਲੇ ਨੌਧਰਾਣੀ ਪਿੰਡ ਨੂੰ ਧਿਆਨ 'ਚ ਰੱਖ ਕੇ ਨਹੀਂ, ਸਾਡੀ ਹੁਣ ਵੱਡੀ ਲੋੜ ਬਣ ਗਈ ਆ, ਜ਼ਿਲ੍ਹੇ ਦੇ ਨਾਲ ਜੁੜ ਰਹੇ ਆ, ਟ੍ਰੈਫਿਕ ਵੱਧ ਰਿਹਾ ਆ। ਸਾਨੂੰ ਤਾਂ ਜਿਹੜਾ ਰਸਤੇ 'ਚ ਤੁਹਾਡਾ ਫਾਟਕ ਆਉਂਦੇ ਆ ਨਾ, ਸਭ ਤੋਂ ਵੱਡੀ ਇੱਕ ਬਹੁਤ ਵੱਡੀ ਹਿੱਚ ਆ। ਅਸੀਂ ਚਾਹੁੰਦੇ ਆ ਵੀ ਹੁਣ ਇੱਥੇ ਫਲਾਈਓਵਰ ਦਿੱਤਾ ਜਾਵੇ। ਸਾਡੀ ਇਹ ਸਾਰੇ ਨਾਲ ਦੇ ਪਿੰਡਾਂ ਦੀ ਮੰਗ ਹੋਊਗੀ, ਇਹ ਇਕੱਲੀ ਨੌਧਰਾਣੀ ਦੀ ਮੰਗ ਨਹੀਂ। ਰਹੀ ਗੱਲ ਨੌਧਰਾਣੀ ਦੀ ਇੰਡੀਵਿਜੂਅਲ ਡਿਵੈਲਪਮੈਂਟ ਦੀ, ਜਿੰਨਾ ਦੇਖੋ ਬਾਕੀ ਪਿੰਡਾਂ ਨੂੰ ਫੰਡ ਆਏ ਆ ਉਸ ਹਿਸਾਬ ਨਾਲ ਤਾਂ ਠੀਕ ਹੈ, ਸੈਟਿਸਫੈਕਟਰੀ ਆ। ਗਲੀਆਂ ਨਾਲੀਆਂ ਦੇ ਆਏ ਆ ਤੇ ਇੰਨੇ ਕੀ ਹੁੰਦੇ ਆ ਜੀ, ਜੋ ਜੇ ਆਪਾਂ ਦੇਖਿਆ ਜਾਵੇ ਤਾਂ। क्या ਤੁਸੀਂ ਮੰਨਦੇ ਹੋ ਕਿ ਇਕੱਲਾ ਜੇ ਐਸਸੀ ਧਰਮਸ਼ਾਲਾ ਨੂੰ ਪੈਸਾ ਆ ਗਿਆ ਜਾਂ ਮੁਸਲਿਮ ਧਰਮਸ਼ਾਲਾ ਨੂੰ ਪੈਸਾ ਆ ਗਿਆ ਜਾਂ ਗੇਟ ਬਣਾ ਦਿੱਤਾ, ਕਿਆ ਤੁਸੀਂ ਇਸ ਗੱਲ ਨੂੰ ਡਿਵੈਲਪਮੈਂਟ ਮੰਨਦੇ ਹੋ? ਨਹੀਂ ਜੀ, ਇਹ ਤਾਂ ਇੱਕ ਪੋਲੀਟੀਕਲ ਡਿਵੈਲਪਮੈਂਟ ਹੁੰਦੀ ਹੈ ਜੀ। ਇਹ ਤਾਂ ਆਪਾਂ ਖਾਸ ਇੱਕ ਵਰਗ ਨੂੰ ਆਪਾਂ ਕਰ ਲਿਆ, ਵੋਟ ਬੈਂਕ ਨੂੰ ਕਰ ਲਿਆ। ਡਿਵੈਲਪਮੈਂਟ ਤਾਂ ਇਹ ਹੁੰਦੀ ਹੈ ਜੀ ਵੀ ਤੁਸੀਂ ਓਵਰਆਲ ਸਾਰਿਆਂ ਲਈ ਕੀ ਹੋ ਰਿਹਾ ਆ, ਲੋਕਾਂ ਨੂੰ ਕਿੱਥੇ ਸੌਖ ਹੋ ਰਹੀ ਹੈ। ਜੇ ਹੁਣ ਦਰਵਾਜ਼ਾ ਬਣ ਗਿਆ, ਉਹ ਲੋਕਾਂ ਨੂੰ ਕਿੱਥੇ ਕੰਫਰਟ ਲੈਵਲ ਕਿੱਥੇ ਵਧਿਆ ਇਹਦੇ ਨਾਲ। ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਆਪਾਂ ਨੂੰ ਜਿਹੜੀ ਹੈ ਐਜੂਕੇਸ਼ਨ, ਸਿਹਤ ਸੇਵਾਵਾਂ, ਐਜੂਕੇਸ਼ਨ ਸੰਸਥਾਵਾਂ ਤੇ ਜਿਹੜਾ ਹੈ ਸੜਕ ਸੁਵਿਧਾਵਾਂ, ਇਹ ਸਾਰੀਆਂ ਚੀਜ਼ਾਂ ਵੀ ਅੱਛੀਆਂ ਹੋਣੀਆਂ ਚਾਹੀਦੀਆਂ। ਬਿਲਕੁਲ ਹੋਣੀਆਂ ਚਾਹੀਦੀਆਂ। ਇਹਦੇ ਨਾਲ ਥੋੜਾ ਡਿਟੇਲ ਦੱਸ ਕੇ ਬੋਲੋ ਜ਼ਰਾ। ਕਿਉਂਕਿ ਜੇ ਹੁਣ ਦੇਖੋ ਆਪਾਂ ਇੱਕ ਐਗਜ਼ਾਮਪਲ ਲੈਂਦੇ ਹਾਂ, ਇਜ਼ਰਾਈਲ ਇੱਕ ਛੋਟਾ ਜਿਹਾ ਦੇਸ਼ ਹੈ, ਉਹਨੇ ਪੂਰੀ ਦੁਨੀਆ 'ਚ ਆਪਦੀ ਧਾਕ ਜਮਾਈ ਹੋਈ ਆ। ਉਹਨਾਂ ਨੇ ਐਜੂਕੇਸ਼ਨ ਨੂੰ ਆਪਦਾ ਬੇਸ ਬਣਾਇਆ। ਉਹਨਾਂ ਨੇ ਇਹ ਸੋਚਿਆ ਵੀ ਸਾਰੇ ਸਾਡੇ ਬੱਚੇ ਜੇ ਪੜ੍ਹੇ ਹੋਣਗੇ, ਉਹਨਾਂ ਨੇ ਇੱਕ ਐਜੂਕੇਸ਼ਨ ਦੇ ਬੇਸ 'ਤੇ ਪੂਰੀ ਦੁਨੀਆ ਦੇ ਵਿੱਚ ਆਪਦਾ ਨਾਂ ਕੀਤਾ। ਐਜੂਕੇਸ਼ਨ ਇੱਕ ਬਹੁਤ ਮਸਟ ਹੈ, ਤੁਹਾਡੇ ਬੱਚੇ ਪੜ੍ਹੇ ਹੋਣੇ ਚਾਹੀਦੇ ਆ, ਤਾਂ ਹੀ ਤੁਸੀਂ ਇੱਕ ਚੰਗੀ ਅਗਰ ਤੁਸੀਂ ਅਵੇਅਰ ਹੋਵੋਗੇ ਤਾਂ ਅੱਛੀ ਗਵਰਨਮੈਂਟ ਤੁਸੀਂ ਤਾਂ ਚੁਣ ਸਕੋਗੇ। ਗਵਰਨਮੈਂਟ ਨੂੰ ਤਾਂ ਹੀ ਡਰ ਪੈਂਦਾ ਆ ਵੀ ਪੜ੍ਹੇ ਲਿਖੇ ਸਾਡੇ ਵੋਟਰ ਨੇ, ਅਸੀਂ ਉਹਨਾਂ ਨੂੰ ਇਕੱਲੀਆਂ ਗੱਲਾਂ ਬਾਤਾਂ ਇਹੋ ਜਿਹੀਆਂ ਚੀਜ਼ਾਂ ਨਾਲ ਨਹੀਂ ਭਰਮਾ ਸਕਦੇ। ਜੇ ਆਪਾਂ ਸਿਹਤ ਦੀ ਗੱਲ ਕਰੀਏ, ਸਿਹਤ ਪਿੰਡ ਦੇ ਸਿਹਤ ਵਿਭਾਗ ਦੀ ਗੱਲ ਕਰੀਏ ਤਾਂ ਸਿਹਤ ਵਿਭਾਗ ਵਾਸਤੇ ਅੱਜ ਸਦੋਪੁਰ ਜਾਣਾ ਪੈਂਦਾ ਜਾਂ ਮਲੇਰਕੋਟਲੇ ਜਾਣਾ ਪੈਂਦਾ। ਬਿਲਕੁਲ ਸਹੀ ਹੈ। ਕਿੱਥੇ ਖੜਾ ਹੈ ਇਸ ਮਾਮਲੇ, ਸਿਹਤ ਦੇ ਮਾਮਲੇ 'ਚ ਸਦੋਪੁਰ ਨੌਧਰਾਣੀ ਕੋਈ ਇੱਥੇ ਗਵਰਨਮੈਂਟ ਕਦੀ ਕੋਈ ਇੱਦਾਂ ਦੀ ਡਿਸਪੈਂਸਰੀ ਜਾਂ ਇੱਦਾਂ ਦਾ ਕੁਝ ਨਹੀਂ ਹੈਗਾ। ਇਹ ਬਿਲਕੁਲ ਬਲਕਿ ਇਮੀਡੀਏਟ ਸ਼ਹਿਰ ਦੇ ਵਿੱਚ ਹੀ ਮਿਲ ਗਿਆ ਸਾਡਾ ਪਿੰਡ, ਵੱਡਾ ਪਿੰਡ ਹੈ। ਇੱਥੇ ਕੋਈ ਸਿਹਤ ਦੇ ਨਾਲ ਰਿਲੇਟਡ ਗਵਰਨਮੈਂਟ ਕਦੀ ਕੋਈ ਇੱਦਾਂ ਦੀ ਸਹੂਲਤ ਨਹੀਂ। ਕੀ ਹੋਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ, ਇੱਕ ਡਿਸਪੈਂਸਰੀ ਤਾਂ ਘੱਟੋ ਘੱਟ ਗਵਰਨਮੈਂਟ ਕਦੀ ਜ਼ਰੂਰ ਹੋਣੀ ਚਾਹੀਦੀ ਹੈ। ਐਡਾ ਵੱਡਾ ਪਿੰਡ ਹੈ, ਇੱਥੋਂ ਲੋਕਾਂ ਨੂੰ ਫਿਰ ਇੱਕ ਨਸ਼ੇ ਚੱਲਦੇ ਆ ਜੀ, ਇਹ ਚੀਜ਼ਾਂ ਦੀ ਅਵੇਅਰਨੈਸ, ਇਹ ਸਾਰਾ ਕੁਝ ਇਕੱਠਾ ਬਰਾਬਰ ਇਹ ਚੀਜ਼ ਦੇ ਵਿੱਚ ਹੋਣਾ ਚਾਹੀਦਾ। ਲੋੜ ਤਾਂ ਹੀ ਸੀਵਰੇਜ ਦੀ ਵੀ ਲੋੜ ਹੈ, ਸਾਨੂੰ ਟੋਭੇ 'ਚੋਂ ਪਾਣੀ ਨਿਕਲਣਾ ਚਾਹੀਦਾ ਹੈ। ਹਾਂਜੀ, ਇਹ ਤਾਂ ਸਭ ਤੋਂ ਮੁੱਖ ਮੰਗ ਤਾਂ ਸਾਡੀ ਇਹੀ ਹੈ ਵੀ ਸਾਡੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ। ਟੋਭਾ ਭਰ ਜਾਂਦਾ ਜੀ, ਤੇ ਪਿੰਡਾਂ ਦੇ ਵਿੱਚ ਪਾਣੀ ਦਾ। इस बारे में जब बीडीपीओ दफ्तर में बात की तो उन्होंने बताया कि गांव के विकास के लिए केंद्र और पंजाब सरकार की तरफ से 39 लाख रुपए आए हैं, जिसमें से 36 लाख रुपए गांव के विकास कार्यों पर खर्च हो चुके हैं। ਸਾਡੇ ਪਿੰਡ ਦੇ ਵਿੱਚ ਤਕਰੀਬਨ 38 ਲੱਖ ਰੁਪਈਆ ਸਾਨੂੰ ਹੁਣ ਤੱਕ ਆਇਆ, ਜਿਹਦੇ ਵਿੱਚ ਸਾਡੇ ਮਾਨਯੋਗ ਮਿਨਿਸਟਰ ਬੀਬੀ ਰਜੀਆ ਸੁਲਤਾਨਾ ਜੀ ਦੇ ਉਹਨਾਂ ਨੇ ਸਾਨੂੰ ਪ੍ਰੋਵਾਈਡ ਕੀਤਾ, ਤੇ ਇਸ ਤੋਂ ਇਲਾਵਾ ਸਾਨੂੰ ਵੋਟਿੰਗ ਫਾਈਨੈਂਸ ਕਮਿਸ਼ਨ ਜੋ ਸੈਂਟਰ ਵੱਲੋਂ ਆਉਂਦਾ ਉਹ ਸਾਨੂੰ ਮਿਲਿਆ।
ਜਿਹਦੇ ਵਿੱਚ ਅਸੀਂ ਤਕਰੀਬਨ 33 ਕੁ ਲੱਖ ਰੁਪਈਆ ਅਸੀਂ ਖਰਚ ਕਰ ਚੁੱਕੇ। ये सच है कि सरपंच काम कर रहा है और उसने 36 लाख रुपया खर्च करके गांव में काफी विकास भी किया है, पर अगर वो यही सेहत, शिक्षा, सीवरेज और बेहतर बनाने में ध्यान लगाए तो गांव ज्यादा खुश होगा। गांव में हर कोई चाहता है कि उनकी जिंदगी तो जैसी निकली, पर उनके बच्चों को शिक्षा और सेहत सुविधाओं के लिए दर दर की ठोकरें ना खानी पड़े। वेडनेसडे टाइम्स के लिए संगरूर से रिपोर्टर अशरफ अंसारी के साथ चीफ एडिटर हुसैन शेख।